गुड मॉर्निंग बेटा। ਆਪਾਂ ਹੁਣ ਤੱਕ ਜਨਰਲ ਟਰਮਨੋਲੋਜੀ ਆਫ ਵੇਰੀਏਸ਼ਨ ਐਂਡ ਇਨਹੈਰੀਟੈਂਸ ਬਾਰੇ ਪੜ੍ਹਿਆ ਸੀ, ਜਿਹਦੇ 'ਚ ਫਿਨੋਟਾਈਪ, ਜੀਨੋਟਾਈਪ, ਅਲੀਲਸ, ਫੈਕਟਰਸ ਐਂਡ Mendel's contribution, and the plant chosen for his research was pea and its importance or characteristics we already have studied. But now we will learn Mendel's law. Basically, Mendel gives two major laws, that is law of dominance and law of segregation. So first of all we will discuss Mendel's law of dominance. Dominance ਦਾ ਮਤਲਬ ਕੀ ਹੈ? Dominance ਦਾ ਮਤਲਬ ਹੈ ਕਿ ਜਿਹੜਾ trait express ਹੁੰਦਾ ਹੈ, that is called dominant trait. ਦੇਖੋ ਜੇ ਦੋ ਅਲੀਲ ਹੈ, ਮੀਨ ਇੱਥੇ ਜੀਨ ही सोच लो तुसी, दो अलील है having different, mean one capital T and another is small t, that is heterozygous or given B or small b. Trait associated with only one of these will be visible. Generation ਦੇ ਵਿੱਚ ਜਦੋਂ ਉਹ offspring ਦੇ ਵਿੱਚ express ਹੋਏਗਾ ਤਾਂ ਸਿਰਫ ਤੇ ਸਿਰਫ capital B ਦਾ trait ਹੀ express ਹੋਏਗਾ। ਮੰਨ ਲਓ ਇਹ tall ਤੇ dwarf ਦਾ trait ਆ, ਫਾਦਰ ਟਾਲ ਹੈ, ਮਦਰ ਡਵਾਰਫ ਹੈ, ਉਹਨਾਂ ਦਾ ਕ੍ਰਾਸ ਹੋਇਆ। ਉਸ ਤੋਂ ਬਾਅਦ ਜਿਹੜਾ ਆਫਸਪ੍ਰਿੰਗ ਹੈ ਉਹਦੇ ਵਿੱਚ ਹੁਣ ਜੇ ਆਪਾਂ ਜੀਨੋਟਾਈਪ ਦੇਖੀਏ ਤਾਂ ਉਹ ਕੈਪੀਟਲ ਬੀ ਤੇ ਸਮਾਲ ਪੀ ਹੋਏਗੀ, ਤਾਂ ਉਹ ਅਸਲ 'ਚ ਵੇਖਣ ਨੂੰ ਟਾਲ ਹੋਏਗਾ, ਆਈਦਰ ਕਿ ਉਹਦੇ ਵਿੱਚ ਸਮਾਲ ਬੀ ਦੀਆਂ ਜੀਨਸ ਵੀ ਹੈਗੀਆਂ, ਮੀਨ ਡਵਾਰਫ ਵਾਲੀਆਂ ਜੀਨਸ ਵੀ ਹੈਗੀਆਂ। ਤਾਂ ਹੀ ਕੀ ਹੁੰਦਾ ਹੈ ਕਿ ਸਾਡੇ ਕਈ ਵਾਰੀ ਪੇਰੈਂਟਸ ਜਿਹੜੇ ਆ ਉਹਨਾਂ ਦੋਵਾਂ ਦੇ ਕਰੈਕਟਰ ਫਸਟ ਜਨਰੇਸ਼ਨ ਦੇ ਵਿੱਚ ਇੱਕ ਦੇ ਪੀਅਰ ਹੁੰਦੇ ਆ, ਦੂਜੇ ਦੇ ਪੀਅਰ ਨਹੀਂ ਹੁੰਦੇ। ਅਸੀਂ ਕਹਿੰਦੇ ਕਿ ਫਸਟ ਜਨਰੇਸ਼ਨ ਦੇ ਵਿੱਚ ਸਾਰੇ ਬੱਚੇ ਟਾਲ ਹੀ ਸੀਗੇ, ਤਾਂ ਥਰਡ ਜਾਂ ਫੋਰਥ ਜਨਰੇਸ਼ਨ ਦੇ ਵਿੱਚ ਡਵਾਰਫ ਕਿਵੇਂ ਪੈਦਾ ਹੋ ਗਿਆ? ਉਹ ਤਾਂ ਹੀ ਪੈਦਾ ਹੁੰਦਾ ਕਿਉਂਕਿ ਜੀਨਸ ਅਸੀਂ ਡਵਾਰਫ ਦੀਆਂ ਵੀ ਕੈਰੀ ਕਰ ਰਹੇ ਹੁੰਦੇ ਹਾਂ, ਤਾਂ ਉਹ F2 ਜਨਰੇਸ਼ਨ ਦੇ ਵਿੱਚ ਜਾ ਕੇ ਪੋਸੀਬਿਲਿਟੀ ਉਹਦੀ ਕੀ ਹੁੰਦੀ ਹੈ ਕਿ ਐਕਸਪ੍ਰੈਸ ਹੋ ਜਾਣ। ਸੋ B ਇਜ਼ ਡੋਮੀਨੈਂਟ ਐਂਡ ਸਮਾਲ b ਇਜ਼ ਰਿਸੈਸਿਵ। ਤਾਂ ਇਸੇ ਕ੍ਰਾਸ ਦੇਖ ਸਕਦੇ ਹਾਂ, ਬਾਕਸ ਬਣਿਆ, ਇਹਨੂੰ ਪੀਨਟ ਸਕੇਅਰ ਬੋਲਦੇ ਆ। ਤਾਂ ਅਸੀਂ ਦੋ ਸਪਰਮ ਕੈਪੀਟਲ B ਅਤੇ ਸਮਾਲ b ਕੈਰੀ ਕਰ ਰਿਹਾ, ਅਤੇ ਐਗ ਵੀ ਕੈਪੀਟਲ B ਅਤੇ ਸਮਾਲ b ਕੈਰੀ ਕਰ ਰਿਹਾ। ਤਾਂ ਉਹਨਾਂ ਜਦੋਂ ਹਾਈਬ੍ਰਿਡ ਕ੍ਰਾਸ ਕਰਾਵਾਂਗੇ ਤਾਂ ਮੋਨੋ ਹਾਈਬ੍ਰਿਡ ਕ੍ਰਾਸ ਬੋਲਦੇ ਆ, ਕਿਉਂਕਿ ਸਿਰਫ ਅਸੀਂ ਸਿੰਗਲ ਕਰੈਕਟਰ ਚੱਕਿਆ ਇੱਥੇ ਟਾਲ ਅਤੇ ਡਵਾਰਫ ਹਾਈਟ ਦਾ। ਤਾਂ ਇਹ ਕੀ ਬਣ ਗਿਆ ਆਪਣੇ ਕੋਲੇ? ਜਾਂ ਤਾਂ ਕ੍ਰਾਸ ਕੀਤਾ ਦੋਵੇਂ ਕੈਪੀਟਲ B ਆ ਗਈਆਂ, ਜਾਂ ਇੱਕ B ਸਮਾਲ b ਆ ਗਈ, ਇੱਕ ਕੈਪੀਟਲ B ਸਮਾਲ b ਅਗੇਨ, ਅਤੇ ਲਾਸਟ ਵਨ ਇਜ਼ ਦੋਵੇਂ ਸਮਾਲ b। ਤਾਂ ਰੇਸ਼ੋ ਦੇਖੀਏ ਆਪਾਂ ਤਾਂ ਕੀ ਬਣ ਗਈ? 1:2:1 ਜੀਨੋਟਾਈਪਿਕਲੀ, ਕਿਉਂਕਿ ਜੀਨਸ ਦੇ ਵਿੱਚ ਵੇਖੀਏ ਤਾਂ ਤਿੰਨ ਤਰ੍ਹਾਂ ਦੀਆਂ ਕੰਬੀਨੇਸ਼ਨ ਆਫ ਜੀਨਸ ਫਾਈਂਡ ਆਊਟ ਹੋ ਰਹੀਆਂ। ਦੋ ਇਹੋ ਜਿਹੀਆਂ ਜਿਹੜੀਆਂ ਕੈਪੀਟਲ ਹੈ, ਦੋ ਇਹੋ ਜਿਹੀਆਂ ਜਿਹੜੀਆਂ ਸਮਾਲ ਹੈ, ਅਤੇ ਦੋ ਇਹੋ ਜਿਹੀਆਂ ਜਿਹੜੀਆਂ ਹਾਈਬ੍ਰਿਡ ਹੈ। ਪਰ ਜੇ ਫਿਨੋਟਾਈਪਿਕਲੀ ਦੇਖੀਏ ਉਹਨਾਂ ਦਾ ਸਿਰਫ ਬਾਹਰੋਂ ਦੇਖੀਏ ਜੋ ਐਕਸਪ੍ਰੈਸ ਹੋਏਗਾ ਟਰੇਟ, ਅਤੇ ਧਿਆਨ ਨਾਲ ਦੇਖੋ ਤਿੰਨਾਂ ਦਾ ਵਿੱਚ ਡੋਮੀਨੈਂਟ ਕਰੈਕਟਰ ਕਿਹੜਾ ਹੈ? ਕੈਪੀਟਲ B ਰਿਕਾਰਡਸਪੌਂਡਸ ਟੂ ਟਾਲ ਕਰੈਕਟਰ। ਤਾਂ ਉਹ ਤਿੰਨ ਟਾਲ ਹੋਣਗੇ, ਇੱਕ ਡਵਾਰਫ ਹੋਏਗਾ। ਸੋ ਲਾਅ ਆਫ ਡੋਮੀਨੈਂਸ ਦੇ ਵਿੱਚ ਕੀ ਆ ਗਿਆ ਆਪਣੇ ਕੋਲੇ ਕਿ ਹਾਈਬ੍ਰਿਡ ਯੂਨੀਅਨ ਦੇ ਵਿੱਚ ਅਲੀਲਸ ਜਿਹੜੇ ਹੈ ਆਪਦੇ ਆਪ ਨੂੰ ਐਕਸਪ੍ਰੈਸ ਕਰਦੇ ਹੈ ਫਿਨੋਟਾਈਪਿਕਲੀ, ਠੀਕ ਹੈ, ਐਕਸਟਰਨਲੀ ਮੋਰਫੋਲੋਜੀਕਲੀ is dominant allele, while the other allele which fail to express itself is called recessive allele. Law of dominance is often described as Mendel's first law of inheritance. ਇਹਨੂੰ ਅਸੀਂ first law of inheritance ਵੀ ਬੋਲਦੇ ਹਾਂ। ਹੁਣ ਇਸੇ ਤਰ੍ਹਾਂ ਤੁਸੀਂ ਆਹ ਕ੍ਰਾਸ ਵੀ ਦੇਖ ਸਕਦੇ ਹੋ, ਇਹਦੇ ਵਿੱਚ ਅਸੀਂ F2 ਜਨਰੇਸ਼ਨ ਤੱਕ ਇਹਨੂੰ ਐਕਸਪ੍ਰੈਸ ਕੀਤਾ ਹੋਇਆ। ਸਭ ਤੋਂ ਪਹਿਲਾਂ ਪੇਰੈਂਟ ਹੈ, ਦੋਵੇਂ ਹੋਮੋਜ਼ਾਈਗਸ ਟਾਲ ਹੈ, ਮੀਨ ਦੋਵਾਂ ਦੇ ਵਿੱਚ ਸੇਮ ਜੀਨ ਹੈ, ਕੈਪੀਟਲ T ਕੈਪੀਟਲ D। ਦੂਜੀ ਹੋਮੋਜ਼ਾਈਗਸ ਡਵਾਰਫ ਹੈ, ਸਮਾਲ t ਸਮਾਲ t। ਤਾਂ ਫਿਨੋਟਾਈਪ ਅਤੇ ਜੀਨੋਟਾਈਪ ਇਜ਼ ਗਿਵਨ। ਫਿਨੋਟਾਈਪ ਉੱਪਰ ਸ਼ੋ ਹੁੰਦੀ ਪਈ ਹੈ, ਇੱਕ ਟਾਲ ਹੈ ਅਤੇ ਦੂਜਾ ਡਵਾਰਫ ਹੈ, ਅਤੇ ਜੀਨੋਟਾਈਪ ਉਹਦਾ ਅੰਦਰੋਂ ਜੀਨ ਸਟਰਕਚਰ ਸ਼ੋ ਹੁੰਦਾ ਪਿਆ। ਹੁਣ ਜਦੋਂ ਆਪਾਂ ਇਹਨਾਂ ਦਾ ਕ੍ਰਾਸ ਕਰਾਵਾਂਗੇ ਤਾਂ ਦੋਵੇਂ ਜੀਨਸ ਸੈਪਰੇਟ ਆਊਟ ਹੋ ਗਈਆਂ, टी कैपिटल अलग होगी, टी स्मॉल अलग होगी। तो पॉसिबल कंबीनेशन देख लो की बनगे
जिन्ने भी ਕੰਬੀਨੇਸ਼ਨ ਤੁਸੀਂ ਬਣਾ ਕੇ ਦੇਖੋਗੇ ਕ੍ਰਾਸ ਕਰਕੇ ਦੇਖੋਗੇ ਤਾਂ ਹਾਈਬ੍ਰਿਡ ਟਾਲ ਹੀ ਆਉਣਗੇ। ਤਾਂ F1 ਜਨਰੇਸ਼ਨ ਦੇ ਵਿੱਚ ਜਿੰਨੇ ਵੀ ਆਫਸਪ੍ਰਿੰਗ ਹੈ ਆਲ ਵਿਲ ਬੀ ਹਾਈਬ੍ਰਿਡ ਟਾਲ। ਬਟ ਜਦੋਂ ਅਸੀਂ ਸੈਕੰਡ ਜਨਰੇਸ਼ਨ, ਹੁਣ ਸੈਕੰਡ ਜਨਰੇਸ਼ਨ ਨੈਚੁਰਲੀ ਹੈ ਫਸਟ ਜਿਹੜੀ ਆਪਣੇ ਕੋਲ F1 ਆਈ ਹੈ ਉਹਨਾਂ ਦਾ ਆਪਸ 'ਚ ਕ੍ਰਾਸ ਕਰਾਵਾਂਗੇ। ਤਾਂ F1 'ਚ ਜਿੰਨੇ ਵੀ ਆਪਣੇ ਕੋਲ ਆਫਸਪ੍ਰਿੰਗ ਹੈਗੇ ਆ ਉਹ ਸਾਰੇ ਹਾਈਬ੍ਰਿਡ ਟਾਲ ਆ। ਤਾਂ ਉਹਨਾਂ ਦਾ ਆਪਸ 'ਚ ਕ੍ਰਾਸ ਕਰਾਇਆ ਤਾਂ ਹੁਣ ਟੀ ਸਮਾਲ ਟੀ ਤਾਂ ਉਹਨਾਂ ਦੇ ਕਿੰਨੇ ਕੰਬੀਨੇਸ਼ਨ ਬਣ ਗਏ ਆ ਦੇਖ ਸਕਦੇ ਹੋ ਤੁਸੀਂ। ਇਹ ਪੀਨਟ ਸਕੇਅਰ ਦੇ ਥਰੂ ਵੀ ਬਣਾ ਸਕਦੇ ਆ ਜਿਵੇਂ ਆਪਾਂ ਪਿੱਛੇ ਬਣਾਇਆ ਸੀ। ਤਾਂ ਇੱਕ ਤਾਂ ਆਪਣੇ ਕੋਲ 2 ਕੈਪੀਟਲ ਟੀ ਆ ਗਈਆਂ, 2 ਸਮਾਲ ਟੀ ਆ ਗਈਆਂ ਅਤੇ 2 ਹਾਈਬ੍ਰਿਡ ਕੈਪੀਟਲ ਅਤੇ ਸਮਾਲ ਟੀ। ਸੋ ਉਹੀ ਗੱਲ ਫੇਰ ਆ ਗਈ ਕਿ ਦੈਟ ਇਜ਼ ਅਗੇਨ 3:1 ਰੇਸ਼ੋ in F2 generation, that is phenotypically। ਇਸੇ ਤਰ੍ਹਾਂ we can do for dihybrid cross। ਦੋ ਤਰ੍ਹਾਂ ਦੇ ਕ੍ਰਾਸ ਹੁੰਦੇ ਆ ਬੇਟਾ, ਇੱਕ ਮੋਨੋ ਹਾਈਬ੍ਰਿਡ ਜਿਹਦੇ 'ਚ ਆਪਾਂ ਸਿੰਗਲ ਕਰੈਕਟਰ ਚੱਕਿਆ ਸੀ, ਅਤੇ ਸੈਕੰਡ ਇਜ਼ ਡਾਈਹਾਈਬ੍ਰਿਡ ਜਿਹਦੇ 'ਚ ਆਪਾਂ 2 ਕਰੈਕਟਰ ਚੱਕਾਂਗੇ। ਹੁਣ ਇੱਥੇ ਆਪਾਂ ਪੀ ਲਿਆ, ਇੱਥੇ ਇੱਕ ਯੈਲੋ ਕਲਰ ਦਾ ਪੀ ਹੈ ਮਟਰ ਦਾ ਦਾਣਾ, ਇੱਕ ਗ੍ਰੀਨ ਕਲਰ ਹੈ, ਮੀਨ ਦੇਰ ਇਜ਼ ਅ ਕਰੈਕਟਰ ਆਫ ਕਲਰ। ਅਤੇ ਸੈਕਿੰਡ ਉਹਦੀ ਸ਼ੇਪ ਦੇਖੋ, ਇੱਕ ਰਾਊਂਡ ਹੈ ਐਂਡ ਸੈਕਿੰਡ ਇਜ਼ ਰਿੰਕਲਡ। ਤਾਂ 2 ਕਰੈਕਟਰ ਆਪਾਂ ਨਾਲ ਲੈ ਕੇ ਚੱਲ ਰਹੇ ਹਾਂ। ਤਾਂ ਫਸਟ ਆਪਾਂ ਡੋਮੀਨੈਂਟ ਮੰਨ ਕੇ ਚੱਲ ਰਹੇ ਹਾਂ ਕਿ ਯੈਲੋ ਅਤੇ ਰਾਊਂਡ ਇਜ਼ ਅ ਡੋਮੀਨੈਂਟ ਕਰੈਕਟਰ। ਹਾਂ, ਇੱਕ ਚੀਜ਼ ਤੁਹਾਨੂੰ ਮੈਂ ਕਲੀਅਰ ਕਰ ਦਿਆਂ ਕਿ ਫੇਟ ਆਫ ਡੋਮੀਨੈਂਟ ਐਂਡ ਰਿਸੈਸਿਵ ਕਰੈਕਟਰ ਕੀ ਹੁੰਦਾ। ਇਹ ਨਹੀਂ ਸੋਚਣਾ ਕਿ ਆਪਦੀ ਮਰਜ਼ੀ ਨਾਲ ਅਸੀਂ ਇਹਨੂੰ ਸਿਲੈਕਟ ਕਰ ਲਏ, ਨੋ। ਇਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਐਕਸਪ੍ਰੈਸ ਹੁੰਦਾ ਹੈ। ਨੈਕਸਟ ਜਨਰੇਸ਼ਨ ਦੇ ਵਿੱਚ ਉਹ ਡੋਮੀਨੈਂਟ ਕਰੈਕਟਰ ਮੇ ਬੀ ਰਿਸੈਸਿਵ ਐਂਡ ਰਿਸੈਸਿਵ ਕਰੈਕਟਰ ਮੇ ਬੀ ਡੋਮੀਨੈਂਟ। ਸੋ ਡੋਮੀਨੈਂਟ ਕਰੈਕਟਰ ਦੇਖਣਾ ਪੈਂਦਾ ਕਿ ਸਕਸੈਸਿਵ ਜਨਰੇਸ਼ਨ ਕਿਹੜਾ ਕਰੈਕਟਰ ਐਕਸਪ੍ਰੈਸ ਹੋ ਰਿਹਾ ਉਹ ਡੋਮੀਨੈਂਟ ਰਹੇਗਾ, ਅਤੇ ਜਿਹੜਾ ਸਕਸੈਸਿਵ ਜਨਰੇਸ਼ਨ ਜਿਹੜਾ ਨਹੀਂ ਐਕਸਪ੍ਰੈਸ ਹੋ ਰਿਹਾ ਦੈਟ ਵਿਲ ਬੀ ਰਿਸੈਸਿਵ। ਸੋ ਹੁਣ ਇੱਥੇ ਦੇਖੋ, ਅਤੇ ਇੱਥੇ 2 ਆਪਣੇ ਕੋਲ ਕੈਪੀਟਲ ਆਰ ਅਤੇ ਕੈਪੀਟਲ ਵਾਈ ਹੈ, ਅਤੇ 2 ਸਮਾਲ ਆਰ ਸਮਾਲ ਵਾਈ ਹੈ ਜਿਹਦੇ 'ਚ ਆਪਾਂ ਨੂੰ ਡੋਮੀਨੈਂਟ ਅਤੇ ਰਿਸੈਸਿਵ ਕਰੈਕਟਰ ਕਲਰ ਦਾ ਅਤੇ ਹਾਈਟ ਦਾ ਸ਼ੋ ਹੋ ਰਿਹਾ। ਤਾਂ ਹੁਣ ਇੱਥੇ ਆਪਾਂ ਜਦੋਂ ਉਹਨੂੰ ਸੈਗਰੀਗੇਟ ਕਰਾਂਗੇ ਤਾਂ 2 ਕਰੈਕਟਰ ਨਾਲ ਲੈ ਕੇ ਚੱਲਣੇ, ਜਿਵੇਂ ਪਹਿਲਾਂ ਆਪਾਂ ਇੱਕ ਲੈ ਕੇ ਚੱਲੇ ਸੀ। ਤਾਂ ਹੁਣ ਆਪਾਂ ਇਸੇ ਤਰ੍ਹਾਂ ਉੱਪਰ ਜੇ ਫੀਮੇਲ ਗਮੀਟ ਹੈ ਤਾਂ ਆਰ ਵਾਈ ਦੋਵੇਂ ਕੈਪੀਟਲ, ਆਰ ਕੈਪੀਟਲ ਵੀ ਸਮਾਲ, ਕੰਬੀਨੇਸ਼ਨ ਬਣਨੇ 4 ਕੰਬੀਨੇਸ਼ਨ ਹੀ ਬਣਨੇ ਆ, 1/4 ਹੀ ਆਉਣਾ ਹਰੇਕ ਦੇ ਵਿੱਚ। ਇਸੇ ਤਰ੍ਹਾਂ ਆਰ ਸਮਾਲ ਹੋਏਗੀ ਅਤੇ ਵੀ ਵਾਈ ਕੈਪੀਟਲ ਹੋ ਜਾਏਗੀ, ਫਿਰ ਆਰ ਵੀ ਸਮਾਲ ਅਤੇ ਵਾਈ ਵੀ ਕੈਪੀਟਲ। ਸਿਮਿਲਰਲੀ ਮੇਲ ਗਮੀਟ ਦੇ ਸਾਈਡ 'ਤੇ। ਤਾਂ ਹੁਣ ਤੁਸੀਂ ਆਪ ਇਹਨੂੰ ਕ੍ਰਾਸ ਕਰਕੇ ਵੇਖ ਲਓ, ਹਰੇਕ ਨੂੰ ਇੱਕ ਨਾਲ ਇੱਕ ਪੂਰਾ ਕਰਨਾ ਹੈਗਾ। ਤਾਂ ਉਸ ਤੋਂ ਬਾਅਦ ਆਪਾਂ ਪਹਿਲਾਂ ਇਹ ਵੇਖਣੇ ਆ ਵੀ ਫਿਨੋਟੈਪੀਕਲੀ ਕਿਹੜੇ ਬਣਦੇ ਆ, ਦੈਨ ਜੀਨੋਟੈਪੀਕਲੀ। ਤਾਂ ਹੁਣ ਫਿਨੋਟੈਪੀਕਲੀ ਇਹ ਲੱਭ ਲਓ ਸਾਰੇ ਵੀ ਕੈਪੀਟਲ ਆਰ ਅਤੇ ਕੈਪੀਟਲ ਵਾਈ ਜਿਹਦੇ 'ਚ ਹੈਗੀ ਹੈ, ਚੁੱਪ ਕਰਕੇ ਉਹਨੂੰ ਤੁਸੀਂ ਯੈਲੋ ਅਤੇ ਰਾਊਂਡ ਉੱਤੇ ਲਿਖੀ ਚੱਲੋ ਆਪਦੇ ਹੱਥ ਨਾਲ, ਅਤੇ ਬਾਅਦ ਦੇ ਵਿੱਚ ਗਿਣਤੀ ਮਾਰ ਲਓ ਯੈਲੋ ਦੇ ਰਾਊਂਡ ਕਿੰਨੇ ਆ ਅਤੇ ਰਿੰਕਲਡ ਅਤੇ ਗਰੀਨ ਕਿੰਨੇ ਆ। ਉਸ ਤੋਂ ਬਾਅਦ ਤੁਹਾਨੂੰ ਇੱਥੇ ਇੱਕ ਨਵਾਂ ਕਰੈਕਟਰ ਵੀ ਦਿਖੇਗਾ ਜਿਹਦੇ ਵਿੱਚ ਰਿੰਕਲਡ ਯੈਲੋ ਐਂਡ ਰਿੰਕਲਡ ਯੈਲੋ। ਦੇਖੋ ਧਿਆਨ ਨਾਲ ਕਿ ਸਮਾਲ ਆਰ ਹੈ ਦੋਵੇਂ ਅਤੇ ਕੈਪੀਟਲ ਵਾਈ ਹੈ। ਇਹਦਾ ਮਤਲਬ ਇਹਦੇ ਵਿੱਚ ਜਿਹੜਾ ਕਰੈਕਟਰ ਹੈ ਉਹ ਰਾਊਂਡ ਦਾ ਰਿਸੈਸਿਵ ਹੈ ਪਰ ਯੈਲੋ ਦਾ ਡੋਮੀਨੈਂਟ ਹੈ। ਇਹਦਾ ਮਤਲਬ ਰਾਊਂਡ ਰਿਸੈਸਿਵ ਹੋ ਗਿਆ ਤਾਂ ਉਹ ਰਿੰਕਲਡ ਪੈਦਾ ਹੋ ਜਾਣੇ ਆ, ਠੀਕ ਹੈ। ਇਸੇ ਤਰ੍ਹਾਂ ਇੱਥੇ 3 ਇਹੋ ਜਿਹੇ ਪੀ ਦੇ ਜਿਹੜੇ ਸੀਡ ਹੈ ਇਹੋ ਜਿਹੇ ਦਿਖਦੇ ਪਏ ਆ ਜਿਨ੍ਹਾਂ ਦੇ ਵਿੱਚ ਕਿਹੜਾ ਕਰੈਕਟਰ ਹੈ, ਯੈਲੋ ਵਿਦ ਰਿੰਕਲਡ ਸੀਡ। ਤਾਂ ਇਹਦੀ ਆਪਾਂ ਗਿਣਤੀ ਸਾਰੀ ਮਾਰ ਸਕਦੇ ਹਾਂ ਜੀਨੋਟਾਈਪਿਕਲੀ, ਕਿਉਂਕਿ ਟੋਟਲ 16 ਹੈ। 16 ਦੇ ਵਿੱਚੋਂ 9 ਜਿਹੜੇ ਆ ਦੈਟ ਇਜ਼ ਦੋਵੇਂ ਟਰੇਟ ਡੋਮੀਨੈਂਟ ਆ ਰਹੇ ਆ, ਯੈਲੋ ਵੀ ਅਤੇ ਰਾਊਂਡ ਵੀ। 3 ਇਹੋ ਜਿਹੇ ਹੈ ਜਿਨ੍ਹਾਂ ਦੇ ਵਿੱਚ ਰਾਊਂਡ ਤਾਂ ਸਾਰੇ ਹੈ ਬਟ ਦੇ ਆਰ ਗ੍ਰੀਨ ਕਲਰ, ਦੇਖ ਸਕਦੇ ਹਾਂ 3 ਗ੍ਰੀਨ ਹੈ ਅਤੇ ਬਾਕੀ ਹੈਗੇ ਰਾਊਂਡ ਹੀ ਆ ਤਿੰਨੇ। ਇਸੇ ਤਰ੍ਹਾਂ ਤੁਸੀਂ 3 ਇਹੋ ਜਿਹੇ ਦੇਖ ਸਕਦੇ ਆ ਜਿਹੜੇ 3 ਰਿੰਕਲਡ ਹੈ ਬਟ ਕੈਪੀਟਲ ਟਰੇਟ ਜਿਹੜਾ ਯੈਲੋ ਕਲਰ ਦਾ ਜਿਹੜਾ ਯੈਲੋ ਹੈ ਉਹ ਵੀ 3 ਹੈ, ਅਤੇ ਲਾਸਟ ਵਨ ਤੁਸੀਂ ਦੇਖ ਸਕਦੇ ਸਿਰਫ 16 ਦੇ ਵਿੱਚੋਂ 1 ਹੀ ਹੈ ਜਿਹੜਾ
ਰਿੰਕਲਡ ਵੀ ਹੈ ਤੇ ਗ੍ਰੀਨ ਵੀ ਹੈ, ਮਤਲਬ ਇਹਦਾ ਦੋਵੇਂ ਟ੍ਰੇਟ ਜਿਹੜੇ ਆ ਉਹ ਰਿਸੈਸਿਵ ਹੈ, ਨਾ ਤਾਂ ਕੈਪੀਟਲ ਆਰ ਹੈ ਨਾ ਕੈਪੀਟਲ ਵਾਈ ਹੈ। ਤਾਂ ਰੇਸ਼ੋ ਕੀ ਬਣ ਗਈ 9:3:3:1। ਦੈਟ ਇਜ਼ ਫॉर ਡਾਈ ਹਾਈਬ੍ਰਿਡ ਕ੍ਰੋਸ ਐਂਡ ਦੈਟ ਵਾਜ਼ ਫॉर ਜੇ ਆਪਾਂ ਦੇਖੀਏ ਮੋਨੋ ਹਾਈਬ੍ਰਿਡ ਕ੍ਰੋਸ, ਉਹ ਕੀ ਸੀ ਆਪਣੇ ਕੋਲ 1:2:1। ਸੈਕੰਡ ਇਜ਼ ਮੈਂਡਲਸ ਲਾ ਆਫ ਸੈਗਰੀਗੇਸ਼ਨ। ਸੈਗਰੀਗੇਸ਼ਨ ਦਾ ਮਤਲਬ ਹੁੰਦਾ ਹੈ ਸੈਪਰੇਸ਼ਨ, ਅਲੱਗ-ਅਲੱਗ ਹੋਣਾ। ਦੇਖੋ ਜਦੋਂ ਐਗ ਤੇ ਸਪਰਮ ਫਾਰਮ ਹੁੰਦੇ ਆ ਤੇ ਨੈਕਸਟ ਜਨਰੇਸ਼ਨ ਦੇ ਵਿੱਚ ਇਹ ਫੇਟ ਡਿਸਾਈਡ ਕਰਦੇ ਆ, ਤਾਂ ਜਿਹੜੇ ਜੀਨਸ ਹੈ ਜਾਂ ਲੀਲ ਹੈ ਉਹ ਇੰਡੀਪੈਂਡੈਂਟਲੀ ਨੈਕਸਟ ਜਨਰੇਸ਼ਨ ਦੇ ਵਿੱਚ ਜਾਂਦੀਆਂ, ਕਿਉਂਕਿ ਉਹ ਉਦੋਂ ਪਹਿਲਾਂ ਉਹ ਸੈਗਰੀਗੇਟ ਹੋ ਜਾਂਦੀਆਂ, ਸੈਪਰੇਟ ਹੋ ਜਾਂਦੀਆਂ ਬਿਫੋਰ ਦਾ ਕੰਬਾਈਨਿੰਗ। ਤਾਂ ਨੋਰਮਲ ਸੈੱਲ ਹੈਜ਼ 2 ਅਲੀਲਸ ਫॉर ਏ ਮੈਂਡਲੀਅਨ ਟ੍ਰੇਟ। ਸੋਮੈਟਿਕ ਸੈੱਲ ਕਿਹੜੇ ਹੁੰਦੇ, ਜਿਹੜੇ ਆਪਣੇ ਸਾਰੀ ਬਾਡੀ ਦੇ ਉੱਤੇ ਆ, ਪਰ ਜਿਹੜੇ ਐਗ ਤੇ ਸਪਰਮ ਦੇ ਆਰ ਕਾਲਡ ਗਮੀਟਿਕ ਸੈੱਲ। ਸਿਰਫ ਗਮੀਟ ਜਿਹੜੇ ਆ ਉਹਨਾਂ 'ਚ ਇੱਕ ਅਲੀਲ ਹੁੰਦਾ, ਸੋਮੈਟਿਕ ਦੇ ਵਿੱਚ 2 ਹੀ ਹੁੰਦੇ ਆ ਤੇ ਗਮੀਟ ਦੇ ਵਿੱਚ ਸਿਰਫ ਇੱਕੋ ਹੁੰਦਾ। ਕਿਉਂ? ਕਿਉਂਕਿ ਉਹਦਾ ਦੂਜਾ ਪੇਅਰ ਆਉਣਾ ਹੁੰਦਾ ਕਿੱਥੋਂ, ਮਦਰ ਤੇ ਫਾਦਰ ਦਾ ਕੰਬਾਈਨ ਹੋ ਕੇ। ਜੇ ਉਹਦੇ 'ਚ ਵੀ ਅੱਗੇ ਮੈਂ ਗੱਲ ਕੀਤੀ ਸੀ ਕਿ ਮਿਓਸਿਸ ਹੁੰਦੀ ਹੈ, ਤਾਂ ਜਿਹੜਾ ਹੈਪਲੋਇਡ ਸੈੱਲ ਬਣਦਾ ਹੈ, ਰਿਡਕਸ਼ਨਲ ਡਿਵੀਜ਼ਨ ਹੁੰਦੀ ਹੈ, ਕ੍ਰੋਮੋਸੋਮਾਂ ਦੀ ਗਿਣਤੀ ਅੱਧੀ ਰਹਿ ਜਾਂਦੀ ਹੈ, ਕਿਉਂਕਿ ਆਫਸਪ੍ਰਿੰਗ ਦੇ ਵਿੱਚ ਕ੍ਰੋਮੋਸੋਮ ਫਾਦਰ ਤੇ ਮਦਰ ਦੋਵਾਂ ਤੋਂ ਜਾਣੇ ਹੁੰਦੇ ਆ। ਜੇ ਅੱਧੀ ਨਹੀਂ ਰਹੂਗੀ ਤੇ ਆਫਸਪ੍ਰਿੰਗ ਦੇ ਵਿੱਚ ਗਿਣਤੀ ਪੇਰੈਂਟਸ ਨਾਲ ਡਬਲ ਹੋ ਜਾਏਗੀ, ਜਿਹੜੀ ਕਿ ਪੋਸੀਬਲ ਨਹੀਂ ਹੈਗੀ, ਕਿਉਂਕਿ ਹਿਊਮਨ ਬੀਇੰਗ ਦੇ ਵਿੱਚ ਜਿਹੜੀ ਟੋਟਲ ਕਾਊਂਟਿੰਗ ਆਫ ਕ੍ਰੋਮੋਸੋਮ ਹੈ ਉਹ ਕਿੰਨਾ ਹੈਗਾ 22 ਪਲੱਸ XX ਔਰ YY, ਮੀਨ ਟੋਟਲ ਹੋ ਗਿਆ 23। ਤਾਂ 23 ਫਾਦਰ ਤੋਂ ਤੇ 23 ਮਦਰ ਤੋਂ, ਤਾਂ ਟੋਟਲ 46 ਹੋ ਗਿਆ। ਦੈਟ ਇਜ਼ ਅ ਹਿਊਮਨ ਕਾਊਂਟ ਆਫ ਕ੍ਰੋਮੋਸੋਮ। ਸੋ ਇਫ ਯੂ ਹੈਵ 1 ਅਲੀਲ ਫॉर ਬਰਾਊਨ ਆਈਜ਼ ਐਂਡ 1 ਫॉर ਅ ਬਲੂ ਆਈਜ਼। ਹੁਣ ਆਪਾਂ 2 ਕਰੈਕਟਰ ਚੱਕ ਲਏ, ਇੱਕ ਅਲੀਲ B ਜਿਹੜਾ ਉਹ ਬਰਾਊਨ ਆਈ ਦਾ ਤੇ ਦੂਸਰਾ ਸਮਾਲ b ਜਿਹੜਾ ਬਲੂ ਆਈਜ਼ ਹੈ। ਤਾਂ B ਆਪਾਂ ਕੈਪੀਟਲ ਲਿਆ, ਇਹਨੂੰ ਡੋਮੀਨੈਂਟ ਚੱਲਦੇ ਹੈ ਨਾ। ਤਾਂ ਸਮੈਟਿਕ ਸੈੱਲ ਦੇ ਵਿੱਚ ਤਾਂ ਆਪਣੇ ਸਾਰੇ ਬੋਡੀ ਦੇ ਜਿੰਨੇ ਵੀ ਸੈੱਲ ਹੈ ਉਹਨਾਂ ਦੇ ਵਿੱਚ ਜੇ ਅਲੀਲ ਦੇਖੀਏ ਤਾਂ ਇੱਕ ਕੈਪੀਟਲ B ਤੇ ਸਮਾਲ b ਹਾਈਬ੍ਰਿਡ ਹੋਣਗੇ। ਬਟ ਗਮੀਟ ਦੇ ਵਿੱਚ ਕੀ ਹੋਏਗਾ, ਤਾਂ ਇਹਦੇ ਤੋਂ ਹੁਣ ਗਮੀਟ ਬਣਨੇ ਆ, 2 ਗਮੀਟ ਬਣਨੇ ਆ, ਇੱਕ ਕੈਪੀਟਲ B ਵਾਲਾ ਇੱਕ ਸਮਾਲ b ਵਾਲਾ। ਇਹਦਾ ਮਤਲਬ ਗਮੀਟ ਦੇ ਵਿੱਚ ਜਾਂ ਤਾਂ ਕੈਪੀਟਲ B ਹੋਏਗਾ ਤੇ ਜਾਂ ਸਮਾਲ। ਇਹਦਾ ਮਤਲਬ ਇੱਕ ਗਮੀਟ ਡੋਮੀਨੈਂਟ ਟ੍ਰੇਟ ਕੈਰੀ ਕਰੇਗਾ ਤੇ ਇੱਕ ਗਮੀਟ ਜਿਹੜਾ ਉਹ ਰਿਸੈਸਿਵ ਟ੍ਰੇਟ ਕੈਰੀ ਕਰੇਗਾ। So that is known as law of segregation. That means that during the formation of gamete, allele get segregated. So ਇਹ ਕੀ ਕਹਿੰਦਾ ਹੈ, each individual has 2 factor of each trait. Factor segregate ਹੋ ਜਾਂਦੇ ਆ, ਅਲੱਗ-ਅਲੱਗ ਹੋ ਜਾਂਦੇ ਆ during the formation of gamete. Each gamete carries only 1 factor. ਹਰੇਕ ਦੇ ਵਿੱਚ ਇੱਕੋ ਫੈਕਟਰ ਹੁੰਦਾ ਤੇ ਫਰਟੀਲਾਈਜੇਸ਼ਨ ਜਿਹੜੀ ਹੈ ਉਹ ਨਵੇਂ ਇੰਡੀਵਿਜੂਅਲ ਨੂੰ ਬਰਥ ਦਿੰਦੀ ਆ। ਸੋ ਹੈਵਿੰਗ 2 ਫੈਕਟਰ ਫॉर ਈਚ ਟ੍ਰੇਟ। ਉਹਦੇ ਵਿੱਚ 2 ਫੈਕਟਰ ਹੁੰਦੇ ਹਰੇਕ ਟ੍ਰੇਟ ਦੇ, ਆਪਾਂ ਇਸ ਕ੍ਰਾਸ ਦੇ ਵਿੱਚ ਦੇਖ ਸਕਦੇ ਹਾਂ। ਤਾਂ ਇੱਥੇ ਆਪਣੇ ਕੋਲ 2 P ਦੇ ਪਲਾਂਟ ਹੈ, ਇੱਕ ਟਾਲ ਹੈ ਕੈਪੀਟਲ T, ਇੱਕ ਸਮਾਲ ਹੈ ਸਮਾਲ t। ਤਾਂ ਦੋਵੇਂ ਮੈਂ ਹੋਮੋਜਾਈਗਸ ਲਏ ਆ, ਪਿਓਰ ਟ੍ਰੇਟ ਲਿਆ ਹੈ। ਤਾਂ ਹੁਣ ਜਦੋਂ ਗਮੀਟ ਫਾਰਮ ਹੋਣੇ ਆ ਤਾਂ ਕਿੰਨੇ ਗਮੀਟ ਫਾਰਮ ਹੋਣਗੇ, ਇਹਦੇ 'ਚੋਂ 4 ਗਮੀਟ ਫਾਰਮ ਹੋਣਗੇ, ਪਰ ਕਿਉਂਕਿ 2 ਇੱਕੋ ਜਿਹੇ ਆ ਇਸ ਕਰਕੇ ਇਹਨੇ 2 ਸ਼ੋਅ ਕਰਤੇ। ਤਾਂ 2 ਕੈਪੀਟਲ T ਵਾਲੇ ਗਮੀਟ ਤੇ 2 ਸਮਾਲ t ਵਾਲੇ, ਇਸ ਕਰਕੇ 2 ਹੀ ਸ਼ੋਅ ਕਰਨ ਦਾ ਹੀ ਇੱਥੇ ਲੌਜਿਕ ਬਣਦਾ ਆਪਣੇ ਕੋਲ। ਹੁਣ ਜਦੋਂ ਇਹ ਆਪਸ 'ਚ ਮਿਕਸ ਹੋ ਗਏ ਤਾਂ ਕੀ ਬਣੇਗਾ, ਹਾਈਬ੍ਰਿਡ ਬਣੇਗਾ। ਫਸਟ ਜਨਰੇਸ਼ਨ ਵਿਲ ਬੀ ਦਾ ਹਾਈਬ੍ਰਿਡ ਆਫ ਦੀਜ਼ ਪਿਓਰ ਹੋਮੋਜ਼ਾਈਗਸ ਡਵਾਰਫ ਐਂਡ ਟਾਲ ਪਲਾਂਟ। ਤਾਂ ਇਹ ਜਿਹੜਾ ਹੈਟਰੋਜ਼ਾਈਗਸ ਹੈ, ਹੁਣ ਇਹੋ ਜਿਹੇ ਜਿਹੜੇ ਆਪਣੇ F1 ਜਨਰੇਸ਼ਨ ਵਾਲੇ ਆ, ਦੁਬਾਰਾ ਇਹਨਾਂ ਦੀ ਆਪਾਂ ਪੋਲੀਨੇਸ਼ਨ ਕਰਾਈਏ ਤਾਂ ਇਹ F2 ਜਨਰੇਸ਼ਨ ਦੇਣਗੇ। ਤਾਂ F2 ਜਨਰੇਸ਼ਨ ਦੇ ਵਿੱਚ ਹੁਣ ਸਾਰੇ ਜਿਹੜੇ ਹਾਈਬ੍ਰਿਡ ਹੈ ਇਹਨਾਂ ਦੇ ਜਿਹੜੇ ਗਮੀਟਸ ਹੈ ਉਹ ਸੈਗਰੀਗੇਟ ਹੋਣਗੇ। ਹੁਣ ਇੱਥੇ ਧਿਆਨ ਨਾਲ ਦੇਖੀਏ ਤਾਂ ਇਹਦੇ 'ਚ ਸਿਮਿਲਰ ਨਹੀਂ ਗੇ ਜਿਵੇਂ ਉੱਪਰ ਪੇਰੈਂਟਸ ਦੇ ਵਿੱਚ ਸੀਗੇ। ਇਹਦੇ 'ਚ ਇੱਕ ਕੈਪੀਟਲ T ਇੱਕ ਸਮਾਲ t ਹੈ। ਤਾਂ ਬਿਫੋਰ ਫਾਰਮੇਸ਼ਨ ਆਫ ਗਮੀਟ ਦੇ ਵਿਲ ਸੈਗਰੀਗੇਟ, ਜਾਂ ਯੂ ਕੈਨ ਸੇ ਕਿ ਗਮੀਟ ਦੇ ਵਿੱਚ ਇਹ ਅਲੱਗ-ਅਲੱਗ ਹੋ ਜਾਣਗੇ। ਇੱਕ ਗਮੀਟ ਕੈਰੀ ਕਰੇਗਾ ਕੈਪੀਟਲ T ਤੇ ਦੂਜਾ ਕਰੇਗਾ ਸਮਾਲ t। ਤਾਂ ਹੁਣ ਅਸੀਂ ਇਹਨੂੰ ਕ੍ਰਾਸ ਕਰਾ ਲਿਆ, ਮਦਰ ਦਾ, ਫਾਦਰ ਦਾ ਜਾਂ ਸਪਰਮ ਦਾ ਤੇ ਐਗ ਦਾ, ਯੂ ਕੈਨ ਸੇ ਇਟ। ਤਾਂ
क्रॉस देखो की बन रहा है, टी ने कैपिटल टी नाल क्रॉस होना है तो दोवें कैपिटल टी हो गई, कैपिटल टी ने स्मॉल टी नाल होना, एक कैपिटल एक स्मॉल होगी, फिर स्मॉल टी ने कैपिटल टी ना होना, एक कैपिटल एक स्मॉल होगी, दोवां ने स्मॉल टी ने आपस क्रॉस होना तो स्मॉल। तो इतने 4 टाइप ऑफ प्लांट हैविंग डिफरेंट फिनोटाइप और जीनोटाइप विल बी ऑब्टेन्ड। तो किहड़े-किहड़े आ गए जिहदे च कैपिटल टी है, ये डोमीनेंट ट्रेट है तो ये टॉल ही होएगा। एक च स्मॉल टी है तो एक च लार्ज टी है, ये गिणती 2 है। ये दोवें जे ध्यान नाल देखिए तो असल च तो ये टॉल होंगे, पर इन्हां दे अंदर स्मॉल या डवार्फ प्लांट वाला करैक्टर भी हैगा। एंड लास्ट वन, कैरी बोथ जीन हैविंग रिसेसिव ट्रेट, दैट इज स्मॉल टी स्मॉल टी। So ratio will be 1:2, 2:1, that is genotypically, and 3:1, that is phenotypically. So that is the true law of Mendel। A क्रॉस ते ए दे जेह्ड़े पॉइंट्स है लॉ दे, ये याद कर लेने हैं, दैट इज़ वेरी इंपॉर्टेंट। थैंक यू बेटा।